ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ 'ਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵਕਤ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਅੱਜ ਸਵੇਰ ਤੋਂ ਹੀ ਨਜ਼ਰਾਂ ਸੀਗੀਆਂ ਕਿ ਜਿਹੜੀ ਇੱਕ ਅਹਿਮ ਮੀਟਿੰਗ 11ਵੇਂ ਗੇੜ ਦੀ ਹੋਣੀ ਆ, ਉਹਦੇ ਵਿੱਚ ਕੁਝ ਨਾ ਕੁਝ ਸਰਕਾਰ ਵਾਲੇ ਪਾਸਿਓਂ ਆਏਗਾ ਤੇ ਜਿਹੜੀ ਚੀਜ਼ ਦੀ ਆਸ ਨਹੀਂ ਸੀ ਉਹ ਚੀਜ਼ ਸਰਕਾਰ ਵਾਲੇ ਪਾਸਿਓਂ ਆਈ। ਤੇ ਇਹ ਇਸ ਵਕਤ ਜਿਹੜਾ ਹੁਣ ਤੱਕ ਕਿਹਾ ਜਾ ਰਿਹਾ ਸੀ ਕਿ ਗੱਲਬਾਤ ਜਾਰੀ, ਆਪਾਂ ਇਹ ਸ਼ਬਦ ਵਰਤ ਸਕਦੇ ਹਾਂ ਕਿ ਗੱਲਬਾਤ ਇੱਕ ਤਰ੍ਹਾਂ ਨਾਲ ਰੁਕ ਗਈ ਹੈ ਜਾਂ ਫਿਰ ਟੁੱਟ ਗਈ ਹੈ। ਇਹ ਸਾਰੇ ਕੁਝ ਨੂੰ ਅੱਜ ਆਪਾਂ ਸਮਝਾਂਗੇ। ਇਸ ਤੋਂ ਇਲਾਵਾ ਕੁਝ ਹੋਰ ਖਬਰਾਂ ਨੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ ਸ਼ੁਕਰੀਆ। ਪੰਨੂ ਸਾਹਿਬ, ਅੱਜ ਦੀ ਜਿਹੜੀ ਮੀਟਿੰਗ ਹੈ ਜੀ, ਇਹ ਬੜੀ ਹੈਰਾਨੀਜਨਕ ਰਹੀ ਹੈ ਕਿਉਂਕਿ ਸਮਾਂ ਬਹੁਤ ਲੰਮਾ, ਪਰ ਜੇ ਉਹਦੇ ਵਿੱਚ ਆਪਸ 'ਚ ਮੰਤਰੀਆਂ ਦਾ ਜਾਂ ਕਿਸਾਨ ਲੀਡਰਾਂ ਦਾ ਬੈਠਣ ਦਾ ਸਮਾਂ ਕੱਢੀਏ ਤਾਂ ਉਹ ਅੱਧਾ ਘੰਟਾ ਵੀ ਨਹੀਂ ਬਣਦਾ। ਜੋ ਕੁਝ ਵੀ ਇਸ ਮੀਟਿੰਗ ਦੇ ਵਿੱਚ ਹੋਇਆ, ਜੋ ਫਾਈਨਲ ਨਤੀਜਾ ਆਇਆ, ਇਹਦੀ ਆਸ ਸੀਗੀ ਤੁਹਾਨੂੰ? ਬਿਲਕੁਲ ਆਸ ਨਹੀਂ ਸੀ ਜੀ। ਅਜੇ ਵੀ ਜਾਪਦਾ ਸੀ ਕਿ ਸਰਕਾਰ ਕੋਈ ਨਾ ਕੋਈ ਬਦਲਵੀਂ ਪ੍ਰਪੋਜ਼ਲ, ਕੋਈ ਨਵੀਂ ਤਜਵੀਜ਼ ਲਿਆ ਸਕਦੀ ਹੈ ਜੀ। ਪਰ ਕਿਸਾਨਾਂ ਵਾਲੇ ਪਾਸਿਓਂ ਪੱਕਾ ਪਤਾ ਸੀ ਕਿ ਹੁਣ ਉਹ ਇਹ ਤੋਂ ਆਪਣੇ ਪਹਿਲੇ ਪੈਂਤਰੇ ਤੋਂ ਬਦਲਣਗੇ ਨਹੀਂ। ਜੇ ਬਦਲਣਾ ਹੁੰਦਾ ਤੇ ਪਰਸੋਂ ਵਾਲੀ ਮੀਟਿੰਗ ਤੋਂ ਬਾਅਦ ਬਦਲਣ ਦਾ ਇੱਕ ਮੌਕਾ ਹੈਗਾ ਸੀ ਜੀ। ਉਹਦੇ ਬਾਰੇ ਵਿਚਾਰ ਕਰਕੇ ਰਾਏ ਕੋਈ ਬਣਾ ਸਕਦੇ ਸੀ। ਅੱਜ ਜਿਹੜੇ ਜੋ ਕੁਝ ਫੈਸਲਾ ਕੱਲ੍ਹ ਲੈ ਚੁੱਕੇ ਆ, ਉਹਦੇ ਤੋਂ ਬਾਅਦ ਬਦਲਣ ਦੀ ਕੋਈ ਗੁੰਜਾਇਸ਼ ਨਹੀਂ ਸੀ ਰਹਿ ਗਈ। ਜੀ। ਪਹਿਲੀ ਗੱਲ। ਦੂਜੀ, ਸਰਕਾਰ ਕਹਿੰਦੀ ਹੈ ਕਿ ਅਸੀਂ ਜੋ ਕੁਝ ਪ੍ਰਪੋਜ਼ਲ ਦੇਣੀ ਸੀ ਵੱਧ ਤੋਂ ਵੱਧ ਅਸੀਂ ਪਰਸੋਂ ਦੇ ਚੁੱਕੇ ਹਾਂ। ਜੇ ਤੁਸੀਂ ਉਹਦੇ ਉੱਤੇ ਦੁਬਾਰਾ ਗੱਲ ਕਰਨੀ ਹੈ ਤੇ ਆ ਜਾਓ, ਕਰ ਲਈਏ। ਜੀ। ਤੇ ਜੇ ਉਹਦੇ ਤੇ ਨਹੀਂ ਕਰਨੀ ਤੇ ਗੱਲ ਕਰਨ ਦੀ ਲੋੜ ਕੋਈ ਨਹੀਂ, ਖਤਮ ਹੋ ਗਈ ਮੀਟਿੰਗ। ਤੇ ਅੱਜ ਸਮਾਂ ਤੇ 4 ਘੰਟੇ ਤੋਂ ਵੱਧ ਲੱਗ ਗਿਆ, 5 ਘੰਟੇ ਦਾ ਲੱਗ ਗਿਆ ਜੀ। ਪਰ ਆਪਸ ਵਿੱਚ ਗੱਲਬਾਤ ਵੱਧ ਤੋਂ ਵੱਧ ਅੱਧਾ ਘੰਟਾ ਹੋਈ। ਪਹਿਲਾਂ ਜਾ ਕੇ ਬੈਠੇ ਮੰਤਰੀਆਂ ਨੇ ਇਸ ਗੱਲ ਤੇ ਇਤਰਾਜ਼ ਕੀਤਾ ਕਿ ਤੁਸੀਂ ਆਪਣਾ ਕਿਸਾਨਾਂ ਦੀਆਂ ਜਥੇਬੰਦੀਆਂ ਦਾ ਫੈਸਲਾ ਕੱਲ੍ਹ ਮੀਡੀਆ ਨੂੰ ਜੀ ਦੱਸਿਆ ਤੇ ਅੱਜ ਇੱਥੇ ਆ ਕੇ ਦੱਸਦੇ। ਉਹ ਕਹਿੰਦੇ ਸਾਡਾ ਫੈਸਲਾ ਜਨਤਕ ਤੌਰ ਤੇ ਸੀ, ਜਨਤਾ ਨੂੰ ਦੱਸ ਦਿੱਤਾ। ਉਹਨਾਂ ਦੂਸਰਾ ਇਤਰਾਜ਼ ਕੀਤਾ ਕਿ ਨਾਲੇ ਤੁਸੀਂ ਸਾਨੂੰ ਮੀਟਿੰਗ ਤੇ ਸੱਦਦੇ ਹੋ, ਨਾਲੇ ਤੁਸੀਂ ਸਾਨੂੰ ਰਾਹ 'ਚ ਜਲੀਲ ਕਰਾਉਂਦੇ ਹੋ। ਜੀ। ਪੁਲਿਸ ਪੁਲਿਸ ਸਾਨੂੰ ਰੋਕ ਰੋਕ ਕੇ ਸਾਡੀਆਂ ਗੱਡੀਆਂ ਤੋਂ ਝੰਡੀਆਂ ਲਵਾਉਂਦੀ ਹੈ, ਗੱਡੀਆਂ ਤਲਾਸ਼ੀ ਕਰਦੀ ਹੈ। ਇੱਕ ਲੀਡਰ ਦੀ ਗੱਡੀ ਦਾ ਸ਼ੀਸ਼ਾ ਤੋੜਤਾ। ਸਰਕਾਰ ਨੇ ਆਖਿਆ ਜੀ ਇਹ ਸਾਡੀ ਕੋਈ ਨੀਤੀ ਨਹੀਂ, ਕਿਸੇ ਪੁਲਿਸ ਵਾਲੇ ਨੇ ਆਪਣੇ ਤੌਰ ਤੇ ਕੀਤਾ ਹੋਵੇ, ਸਾਨੂੰ ਪਤਾ ਨਹੀਂ। ਪਰ ਸਰਕਾਰ ਨੇ ਨਹੀਂ ਆਖਿਆ। ਇਹਨਾਂ ਨੇ ਆਖਿਆ ਸਾਨੂੰ ਧਮਕੀਆਂ ਮਿਲਦੀਆਂ ਸਾਡੇ ਲੀਡਰਾਂ ਨੂੰ ਜੀ ਕਿ ਜਾਂ ਤਾਂ ਮੰਨ ਲਓ, ਨਹੀਂ ਤੇ ਫਿਰ ਤੁਹਾਨੂੰ ਵਾਹ ਕਰ ਦਿਆਂਗੇ। ਇਹ ਵੀ ਮਸਲਾ ਉੱਠਿਆ। ਸਰਕਾਰ ਨੇ ਇਹਦੇ ਵੱਲ ਗੌਰ ਹੀ ਨਹੀਂ ਕੀਤਾ। ਉਹਨੇ ਆਖਿਆ ਪਰਸੋਂ ਵਾਲੀ ਤਜਵੀਜ਼ ਦੇ ਉੱਤੇ ਫਿਰ ਤੁਸੀਂ ਇੱਕ ਵਾਰੀ ਮੀਟਿੰਗ ਕਰਨੀ ਆ, ਦੁਬਾਰਾ ਕਰ ਲਓ, ਪਾਸੇ ਹੋ ਕੇ ਅਸੀਂ ਵੀ ਆਪਣੀ ਕਰ ਰਹੇ ਦੁਬਾਰਾ ਬਹਿਨੇ। ਦੁਬਾਰਾ ਬਹਿਣ ਵਾਸਤੇ ਬਹੁਤ ਲੰਮਾ ਸਮਾਂ ਲੱਗ ਗਿਆ। ਜੀ। ਫਿਰ ਮੀਟਿੰਗ ਸ਼ੁਰੂ ਹੋਈ, ਕਿਸਾਨ ਜਾ ਕੇ ਬਹਿ ਗਏ। ਅੱਧਾ ਘੰਟਾ ਮੰਤਰੀ ਆਏ ਨਹੀਂ। ਆਏ ਤੇ ਵੱਧ ਤੋਂ ਵੱਧ 15 ਮਿੰਟ ਬੈਠੇ ਤੇ ਉਹਨੇ ਆਖਿਆ ਜੀ ਸਾਡੇ ਕੋਲ ਤੇ ਉਹੀ ਪ੍ਰਪੋਜ਼ਲ ਹੈ ਪਰਸੋਂ ਵਾਲੀ, ਉਹਦੇ ਤੋਂ ਵੱਧ ਅਸੀਂ ਕੁਛ ਨਹੀਂ ਦੇ ਸਕਦੇ। ਜੀ। ਬੰਨੀ ਤੇ ਗੱਲ ਕਰੀਏ, ਨਹੀਂ ਤੇ ਨਾ ਸਹੀ। ਇਹਦੇ ਨਾਲ ਉੱਠ ਕੇ ਤੁਰ ਪਏ, ਗੱਲ ਖਤਮ ਹੋ ਗਈ। ਅੱਗੇ ਹੁੰਦਾ ਸੀ ਕਿ ਹਰ ਮੀਟਿੰਗ ਤੋਂ ਬਾਅਦ ਅਗਲੀ ਮੀਟਿੰਗ ਦੀ ਕੋਈ ਨਾ ਕੋਈ ਤਰੀਕ ਮਿਥ ਲਈ ਜਾਂਦੀ ਸੀ। ਇਸ ਵਾਰੀ ਕੋਈ ਤਰੀਕ ਨਹੀਂ ਮਿਥੀ ਗਈ, ਦੋਵੇਂ ਤਰ੍ਹਾਂ ਉੱਠ ਕੇ ਤੁਰ ਆਈਆਂ। ਇਹਦੇ ਉੱਤੇ ਹਰ ਕਿਸੇ ਦੇ ਆਪੋ ਆਪਣੇ ਵਿਚਾਰ ਹੋਣਗੇ। ਜੀ। ਮੇਰੀ ਸਮਝ ਇਹ ਆ ਕਿ ਜੋ ਕੁਛ ਹੋਇਆ ਚੰਗਾ ਨਹੀਂ ਹੋਇਆ। ਗੱਲ ਚੱਲਦੀ ਰਹਿਣੀ ਚਾਹੀਦੀ ਸੀ। ਗੱਲ ਪੂਰੀ ਤਰ੍ਹਾਂ ਟੁੱਟ ਗਈ ਹੈ। ਇਹਦੇ ਨਾਲ ਇੱਕ ਗੱਲ ਸਭ ਨੂੰ ਸਮਝ ਲੱਗਣੀ ਚਾਹੀਦੀ ਹੈ ਕਿ ਹੁਣ ਕਿਸਾਨਾਂ ਨੇ ਕਹਿ ਦਿੱਤਾ 26 ਤਰੀਕ ਨੂੰ ਅਸੀਂ ਟਰੈਕਟਰ ਮਾਰਚ ਕਰਨਾ। ਉਹ ਸਾਡਾ ਫੈਸਲਾ ਪੱਕਾ ਤੇ ਕਰਨਾ ਤੇ ਬਾਰ-ਬਾਰ ਨਹੀਂ ਕਰਨਾ। ਦਿੱਲੀ 'ਚ ਦਾਖਲ ਹੋ ਕੇ ਰਿੰਗ ਰੋਡ ਤੇ ਕਰਨਾ, ਆਊਟਰ ਰਿੰਗ ਰੋਡ ਤੇ। ਸਰਕਾਰ ਇਹਦੇ ਉੱਤੇ ਵਜੇ ਦਿਆ ਕਿ ਅਸੀਂ ਹੋਣ ਨਹੀਂ ਦੇਣਾ। ਜੀ। ਅੱਜ ਚੌਥੀ ਵਾਰ ਹੋ ਗਿਆ ਕਿ ਸੁਪਰੀਮ ਕੋਰਟ 'ਚ ਜਾ ਕੇ ਦਿੱਲੀ ਪੁਲਿਸ ਨੇ, ਸਰਕਾਰ ਨੇ ਇਹ ਆਖਿਆ ਕਿ ਸੁਪਰੀਮ ਕੋਰਟ ਦਖਲ ਦੇਵੇ, ਇਹ ਟਰੈਕਟਰ ਮਾਰਚ ਨਹੀਂ ਹੋਣਾ ਚਾਹੀਦਾ। ਤੇ ਚੌਥੀ ਵਾਰ ਹੀ ਸੁਪਰੀਮ ਕੋਰਟ ਨੇ ਆਖਿਆ ਕਿ ਤੁਹਾਡੀਆਂ ਤਾਕਤਾਂ ਤੁਹਾਨੂੰ ਅਸੀਂ ਦੱਸੀਏ। ਇਹ ਸਾਡੇ ਵਾਲਾ ਕਰਨ ਵਾਲਾ ਕੰਮ ਕੋਈ ਨਹੀਂ। ਅਮਨ ਕਾਨੂੰਨ ਦੀ ਸਥਿਤੀ ਤੁਸਾਂ ਨਜਿੱਠਣੀ, ਜੋ ਤੁਸੀਂ ਠੀਕ ਸਮਝਦੇ ਤੁਸੀਂ ਕਰੋ, ਸਾਡਾ ਕੋਈ ਮਤਲਬ ਨਹੀਂ। ਉਹਨਾਂ ਨੇ ਫਿਰ ਆਖਿਆ ਜੀ ਅਨਪ੍ਰੈਸੀਡੈਂਟਡ ਸਿਚੁਏਸ਼ਨ ਹੈ, ਅਣਕਿਆਸੀ ਹੈ। ਜੀ।
ਜਿਹੜਾ ਪਹਿਲਾਂ ਅਸੀਂ ਅੱਜ ਤੱਕ ਸੋਚਿਆ ਹੀ ਨਹੀਂ ਉਹ ਹੁੰਦਾ ਫਿਰਦਾ। ਇਸ ਕਰਕੇ ਅਸੀਂ ਅਦਾਲਤ ਦਾ ਦਖਲ ਚਾਹੁੰਦੇ ਹਾਂ। ਸੁਪਰੀਮ ਕੋਰਟ ਨੇ ਫਿਰ ਆਖਿਆ ਅਸੀਂ ਇਹਦੇ 'ਚ ਕੋਈ ਦਖਲ ਨਹੀਂ ਦੇ ਸਕਦੇ, ਨਾ ਅਸੀਂ ਦੇ ਰਹੇ। ਸਰਕਾਰ ਮੁੜ ਮੁੜ ਕੇ ਸੁਪਰੀਮ ਕੋਰਟ 'ਚ ਇਹ ਗੱਲ ਅਖਵਾਉਣਾ ਕਿਉਂ ਚਾਹੁੰਦੀ ਹੈ? ਕਿਉਂਕਿ ਸਰਕਾਰ ਨੀਤ ਬਣਾਈ ਬੈਠੀ ਜਾਪਦੀ ਹੈ ਕਿ ਸਖਤੀ ਕਰਨੀ ਆ, ਕਿਸ ਹੱਦ ਤੱਕ ਜਾ ਕੇ ਕਰਨੀ ਹੈ ਤਾਂ ਪਤਾ ਨਹੀਂ। ਉਹ ਸਿਰਫ ਇਸ ਗੱਲ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਇਹ ਅਖਵਾਉਣਾ ਚਾਹੁੰਦੀ ਹੈ ਕਿ ਜਾਓ ਜੋ ਮਰਜ਼ੀ ਕਰ ਦਿਓ ਜੀ। ਜਦੋਂ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਸਾਰੀਆਂ ਤਾਕਤਾਂ ਤੁਹਾਡੇ ਕੋਲ ਆ, ਜੋ ਤੁਸੀਂ ਠੀਕ ਸਮਝੋ ਤੁਸੀਂ ਕਰੋ, ਇਹ ਸਾਡਾ ਕੰਮ ਨਹੀਂ। ਇੱਕ ਤਰ੍ਹਾਂ ਨਾਲ ਸੁਪਰੀਮ ਕੋਰਟ ਤੋਂ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ ਵਾਰ ਨਹੀਂ, ਚਾਰ ਵਾਰ ਅਖਵਾ ਲਿਆ ਕਿ ਸਾਡਾ ਕੰਮ ਨਹੀਂ, ਤੁਹਾਡੀਆਂ ਤਾਕਤਾਂ ਜੋ ਕੁਝ ਤੁਸੀਂ ਠੀਕ ਸਮਝਦੇ ਕਰੋ, ਤਾਂ ਕਿ ਕੱਲ੍ਹ ਨੂੰ ਕੋਈ ਗੱਲ ਆਵੇ ਤੇ ਅਸੀਂ ਸੁਪਰੀਮ ਕੋਰਟ ਵਿੱਚ ਜਾ ਕੇ ਕਹਿ ਸਕੀਏ ਜੀ ਅਸੀਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਕਿਹਾ ਸੀ, ਤੁਸੀਂ ਦੱਸੋ ਕੀ ਕਰੀਏ, ਤੇ ਉਹਨਾਂ ਸਾਨੂੰ ਕਹਿ ਤੱਕ ਸੀ ਜੋ ਤੁਹਾਨੂੰ ਠੀਕ ਲੱਗਦਾ ਕਰ ਦਿਓ। ਆਹ ਗੱਲ ਉਹ ਅਖਵਾਉਣਾ ਚਾਹੁੰਦੇ ਸੀ ਤੇ ਉਹ ਗੱਲ ਅਦਾਲਤ ਤੋਂ ਸਰਕਾਰ ਨੇ ਇੱਕ ਤਰ੍ਹਾਂ ਨਾਲ ਅਖਵਾ ਲਈ ਹੈ ਜੀ। ਅਗਲਾ ਕੰਮ ਫਿਰ ਇਹ ਰਹਿ ਜਾਂਦਾ ਕਿ ਹੁਣ 26 ਨੂੰ ਕੀ ਹੋਵੇਗਾ। ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। 26 ਨੂੰ ਕੁਝ ਵੀ ਹੋ ਸਕਦਾ, ਔਰ ਇਹ ਵੀ ਹੋ ਸਕਦਾ ਕਿ 26 ਆਉਣ ਨਾ ਦਿੱਤੀ ਜਾਵੇ। ਅੱਜ 22 ਆ, 23, 24 ਤੇ 25 ਦੇ ਤਿੰਨ ਦਿਨ ਬੜੇ ਭਾਰੂ ਨੇ। ਹਰਿਆਣੇ ਦੀ ਪੁਲਿਸ ਬਾਰੇ ਖਬਰ ਆ ਗਈ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੁਕਮ ਉੱਤੇ ਪੁਲਿਸ ਦੇ ਜਿਹੜੇ ਜਵਾਨ ਛੁੱਟੀ ਗਏ ਸਨ ਉਹਨਾਂ ਦੀਆਂ ਛੁੱਟੀਆਂ ਰੱਦ ਕਰਕੇ ਵਾਪਸ ਬੁਲਾ ਲਿਆ ਗਿਆ। ਦਿੱਲੀ ਤੋਂ ਇਹੋ ਜਿਹੀ ਖਬਰ ਤਾਂ ਕੋਈ ਨਹੀਂ ਆਈ, ਪਰ ਚਰਚਾ ਇਹ ਹੈਗੀ ਆ ਕਿ ਦਿੱਲੀ ਪੁਲਿਸ ਨੇ ਵੀ ਸਾਰਿਆਂ ਨੂੰ ਆਖਿਆ ਕਿ ਡਿਊਟੀ 'ਤੇ ਹਾਜ਼ਰ ਰਹਿਣੇ ਚਾਹੀਦੇ। ਇਹਦੇ ਨਾਲ ਇੱਕ ਦੋ ਥਾਵਾਂ ਤੋਂ ਇਹ ਖਬਰਾਂ ਨੇ, ਪਹਿਲਾਂ ਬਿਹਾਰ ਤੋਂ ਆਈ ਹੈ ਜੀ ਕਿ ਉੱਥੋਂ ਦੇ ਇੱਕ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ADGP ਨੇ ਇੱਕ ਸਰਕੂਲਰ ਜਾਰੀ ਕੀਤਾ ਸਾਰੇ ਪ੍ਰਿੰਸੀਪਲ ਸੈਕਟਰੀਆਂ ਨੂੰ, ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤੇ ਥੱਲੇ ਆਪਣੇ ਪੁਲਿਸ ਦੇ ਅਫਸਰਾਂ ਨੂੰ ਕਿ ਸਰਕਾਰ ਦੇ ਖਿਲਾਫ, ਸਰਕਾਰ ਦੇ ਨੇਤਾਵਾਂ ਦੇ ਖਿਲਾਫ, ਅਫਸਰਾਂ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਨੁਕਤਾਚੀਨੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਫਿਰ ਉਸ ਤੋਂ ਬਾਅਦ ਪਤਾ ਲੱਗਾ ਕਿ ਇਹੀ ਗੱਲ ਕੁਝ ਦੂਸਰੇ ਰਾਜਾਂ ਦੇ ਵਿੱਚ ਵੀ, ਖਾਸ ਕਰਕੇ ਜਿਹੜੇ ਭਾਜਪਾ ਨਾਲ ਸੰਬੰਧਿਤ ਰਾਜ ਆ ਉਹਨਾਂ ਵਿੱਚ ਵਿਚਾਰੀ ਜਾ ਰਹੀ ਹੈ ਕਿ ਸਭ ਥਾਵਾਂ 'ਤੇ ਇਹੋ ਜਿਹੇ ਸਰਕੂਲਰ ਜਾਰੀ ਕਰ ਦਿੱਤੇ ਜਾਣ। ਉਹਦਾ ਮਤਲਬ ਇਹ ਆ ਜੀ ਕਿ ਇਹਨਾਂ ਪ੍ਰੋਗਰਾਮਾਂ 'ਚ ਅਸੀਂ ਮੀਡੀਆ ਵਾਲੇ ਲੋਕ ਜਿਹੜੇ ਅਸੀਂ ਸਰਕਾਰਾਂ ਦੀ ਸਖਤ ਨੁਕਤਾਚੀਨੀ ਕਰਦੇ ਹਾਂ, ਲੋੜ ਪੈਣ 'ਤੇ ਰਾਸ਼ਟਰਪਤੀਆਂ ਦੀ ਵੀ ਨੁਕਤਾਚੀਨੀ ਕਰਦੇ ਰਹੇ, ਅਦਾਲਤਾਂ ਦੀ ਵੀ ਕਰ ਲੈਂਦੇ ਸਾਂ। ਇੱਕ ਤਰ੍ਹਾਂ ਨਾਲ ਬਗੈਰ ਐਮਰਜੈਂਸੀ ਲਾਏ ਤੋਂ ਇਸ ਤਰ੍ਹਾਂ ਸ਼ਿਕੰਜਾ ਕੱਸਣ ਦਾ ਇੱਕ ਯਤਨ ਕੀਤਾ ਜਾ ਰਿਹਾ ਕਿ ਕੋਈ ਸਰਕਾਰ ਦੀ ਨੁਕਤਾਚੀਨੀ ਨਹੀਂ ਕਰ ਸਕੇਗਾ। ਸਰਕਾਰ ਨਾਲ ਜੁੜੇ ਨੇਤਾਵਾਂ ਦੀ, ਸਰਕਾਰ ਨਾਲ ਜੁੜੇ ਅਫਸਰਾਂ ਦੀ, ਸਰਕਾਰੀ ਮਸ਼ੀਨਰੀ ਦੀ ਨੁਕਤਾਚੀਨੀ ਨਹੀਂ ਕਰ ਸਕੇਗਾ। ਜਮਹੂਰੀਅਤ ਦੇ ਵਿੱਚ ਇਹੋ ਜਿਹਾ ਦੌਰ ਆਵੇ ਕਿ ਲੋਕਾਂ ਨੂੰ ਬੋਲਣ ਦਾ ਵੀ ਹੱਕ ਨਾ ਦਿੱਤਾ ਜਾਵੇ। ਇਹ ਆਖਿਆ ਜਾਵੇ ਕਿ ਇਸ ਤਰ੍ਹਾਂ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਤੇਜਸਵੀ ਯਾਦਵ ਨੇ ਆਖਿਆ ਜੀ ਕਿ ਮੈਂ ਨੁਕਤਾਚੀਨੀ ਕਰੂੰਗਾ, ਤੁਸੀਂ ਮੈਨੂੰ ਗ੍ਰਿਫਤਾਰ ਕਰ ਲਓ। ਇਹ ਉਹਦੇ ਵੱਲੋਂ ਆ। ਬਾਕੀ ਰਾਜਾਂ 'ਚ ਕੀ ਹੁੰਦਾ, ਉੱਥੋਂ ਦੇ ਲੋਕ ਕੀ ਕਰਦੇ, ਸਾਨੂੰ ਪਤਾ ਨਹੀਂ। ਪਰ ਹਾਲ ਦੀ ਘੜੀ ਇਹ ਆ ਕਿ ਜਿਹੜੀ ਗੱਲ ਨਹੀਂ ਸੀ ਹੋਣੀ ਚਾਹੀਦੀ ਉਹ ਹੋ ਗਈ ਆ। ਸਰਕਾਰ ਤੇ ਕਿਸਾਨਾਂ ਦੀ ਗੱਲਬਾਤ ਟੁੱਟ ਗਈ ਆ। ਅਗਲੀ ਗੱਲਬਾਤ ਕਦੋਂ ਹੋਵੇਗੀ, ਕਿੱਥੇ ਹੋਵੇਗੀ, ਕੋਈ ਵੀ ਕਿਸਾਨ ਇਹਦੇ ਬਾਰੇ ਕੁਝ ਕਹਿਣ ਨੂੰ ਤਿਆਰ ਨਹੀਂ। ਉਹ ਸਾਰੇ ਕਹਿੰਦੇ ਜੀ ਜੋ ਵੀ ਫੈਸਲਾ ਕਰਨਾ ਹੋਇਆ ਉਹ ਅਸੀਂ ਸਾਂਝੇ ਇਕੱਠੇ ਬੈਠ ਕੇ ਮੀਟਿੰਗ ਕਰਾਂਗੇ ਜੀ। ਇਹਦੇ ਦੌਰਾਨ ਅਫਵਾਹਾਂ ਦਾ ਦੌਰ ਬਹੁਤ ਜਾਰੀ ਹੈ। ਹਰਿਆਣੇ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਭ ਤੋਂ ਵੱਧ ਗੁਰਨਾਮ ਸਿੰਘ ਚੜੂੰਨੀ ਚੁੱਭਦਾ, 3 ਦਿਨ ਪਹਿਲਾਂ ਖਬਰ ਆਈ ਸੀ ਕਿ ਉਹ ਇਸ ਤਰ੍ਹਾਂ ਵਿਕ ਗਿਆ। ਫਿਰ ਪਤਾ ਲੱਗਾ ਕਿ ਜਿਹੜੇ ਲੀਡਰ ਦੇ ਨਾਂ 'ਤੇ ਬਿਆਨ ਲਾਇਆ ਗਿਆ ਉਹ ਕਹਿੰਦਾ ਮੈਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਹੀ ਨਹੀਂ ਜੀ, ਮੈਂ ਗੱਲ ਕਹੀ ਨਹੀਂ। ਹੁਣ ਫਿਰ ਅੱਜ ਗੁਰਨਾਮ ਸਿੰਘ ਚੜੂੰਨੀ ਬਾਰੇ ਇਹ ਅਫਵਾਹ ਫੈਲਾਈ ਗਈ ਹੈ ਕਿ ਉਹਨੂੰ ਸਾਂਝੇ ਮੋਰਚੇ 'ਚੋਂ ਕੱਢ ਦਿੱਤਾ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਸਾਂਝੇ ਮੋਰਚੇ ਨੇ ਇਹੋ ਜਿਹਾ ਕੋਈ ਫੈਸਲਾ ਨਹੀਂ ਕੀਤਾ। ਅਗਲੇ 4 ਦਿਨ ਅਫਵਾਹਾਂ ਦਾ ਦੌਰ ਵੀ ਬਹੁਤ ਵੱਡਾ ਚੱਲੇਗਾ। ਖੰਭਾਂ ਦੀਆਂ ਡਾਰਾਂ ਬਣਨਗੀਆਂ। ਲੋਕਾਂ ਨੂੰ ਇਹ ਸਾਰਾ ਕੁਝ ਸੁਣਨ ਵਾਸਤੇ, ਸਹਿਣ ਵਾਸਤੇ ਤੇ ਆਪਣੇ ਨਾਲ ਸਿਰ ਨਾਲ ਸੋਚਣ ਵਾਸਤੇ ਤਿਆਰ ਰਹਿਣਾ ਚਾਹੀਦਾ। ਬਸ ਜਿਸ ਹਿਸਾਬ ਨਾਲ ਤੁਸੀਂ ਇਹ ਗੱਲ ਸਮਝਾਈ ਹੈ ਕਿ ਵੀ ਜੇ ਆਪਾਂ ਪਾਸਿਓਂ ਬਾਹਰਲੀਆਂ ਸਟੇਟਾਂ ਦੀਆਂ ਖਬਰਾਂ ਨੂੰ ਜਾਂ ਹਾਲਾਤਾਂ ਨੂੰ ਦੇਖੀਏ ਤੇ ਇੱਦਾਂ ਜਾਪਦਾ ਕਿ ਵੀ ਹੁਣ ਸਰਕਾਰ ਨੇ ਵੇਖਿਆ ਵੀ ਆਪਾਂ ਜਿੱਦਾਂ ਕਹਿ ਦਿੰਦੇ ਪੰਜਾਬੀ ਵੀ ਆ ਧਾ ਤੇ ਆਉਣ ਵਾਲੀ ਗੱਲ ਹੈ ਵੀ ਜੇ ਇਹ ਕਹਿੰਦੇ ਨੇ ਵੀ ਅਸੀਂ ਮਾਰਚ ਕੱਢਣਾ ਤੇ ਫਿਰ ਚੰਗਾ ਅਸੀਂ ਵੀ ਨਹੀਂ ਕੱਢਣ ਦੇਣਾ।
ਹੁਣ ਸਵਾਲ ਇੱਥੇ ਹੀ ਪੈਦਾ ਹੁੰਦਾ ਹੈ ਕਿ ਜਿਹੜਾ ਇਸ ਤੋਂ ਪਹਿਲਾਂ ਪ੍ਰਪੋਜ਼ਲ ਸੀਗਾ ਤੇ ਉਸੇ ਪ੍ਰਪੋਜ਼ਲ ਦੇ ਉੱਪਰ ਅੱਜ ਫਿਰ ਅੜੇ ਰਹਿਣਾ ਤੇ ਉਸ ਤੋਂ ਬਾਅਦ ਕਹਿਣਾ ਜੀ ਵੀ ਇਸ ਤੋਂ ਇਲਾਵਾ ਅਸੀਂ ਹੋਰ ਕੁਝ ਨਹੀਂ ਸੀ ਕਰ ਸਕਦੇ, ਅਸੀਂ ਆਪਣਾ ਬੈਸਟ ਜੋ ਕਰ ਸਕਦੇ ਸੀ ਉਹ ਅਸੀਂ ਕਰ ਦਿੱਤਾ। ਗੇਂਦ ਹੁਣ ਜਿਹੜੀ ਉਹ ਕਿਸਾਨਾਂ ਦੇ ਪਾਲੇ 'ਚ ਹੈ। ਕੁਝ ਲੋਕ ਅਜੇ ਵੀ ਡਿਸਕਸ ਕਰਦੇ ਨੇ ਕਿ ਸ਼ਾਇਦ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਸ ਮੌਕੇ ਨੂੰ ਸੰਭਾਲ ਲੈਣਾ ਚਾਹੀਦਾ ਸੀ, ਸ਼ਾਇਦ ਉਹ ਸੰਭਾਲ ਨਹੀਂ ਸਕੇ। ਤੁਹਾਨੂੰ ਲੱਗਦਾ ਇੱਦਾਂ ਹੀ ਹੈ ਕਿ ਜਾਂ ਫਿਰ ਕਿਸਾਨਾਂ ਨੂੰ ਆਪਣੀ ਮਜਬੂਰੀ ਨਜ਼ਰ ਆਉਂਦੀ ਹੈ ਕਿ ਜੇ ਇੰਨਾ ਵੱਡਾ ਅੰਦੋਲਨ ਅਸੀਂ ਇੱਥੋਂ ਤੱਕ ਲੈ ਗਏ ਹਾਂ ਤੇ ਜੇ ਹੁਣ ਇੱਦਾਂ ਮੋੜ ਆਏ ਤੇ ਕੱਲ੍ਹ ਨੂੰ ਫਿਰ ਕਿਹਨੂੰ ਮੂੰਹ ਵਿਖਾਵਾਂਗੇ? ਕਿਸਾਨਾਂ ਨੂੰ ਦੋਸ਼ ਕਿਉਂ ਦਿੰਦੇ ਆ? ਇਹ ਜਿਹੜੀ ਗੱਲ ਕਹਿੰਦੇ ਆ ਕਿ ਹੁਣ ਅਸੀਂ 1.5 ਸਾਲ ਸਸਪੈਂਡ ਕਰ ਦਿੰਦੇ ਇਹਨਾਂ ਕਾਨੂੰਨਾਂ ਤੇ ਅਮਲ ਜੀ, ਔਰ ਅਣਐਲਾਨੇ ਤੌਰ ਤੇ ਆਪਣੇ ਨੇੜਲਿਆਂ ਦੇ ਰਾਹੀਂ ਪਰਦੇ ਪਿੱਛੇ ਸੁਨੇਹਾ ਭੇਜਿਆ ਕਿ 2 ਸਾਲ ਲਈ ਕਰ ਦਿੰਦੇ ਹਾਂ। ਤੁਸੀਂ ਚੇਤਾ ਕਰੋ, ਸਤੰਬਰ ਵਿੱਚ ਇਹੋ ਗੱਲ ਮੈਂ ਆਖੀ ਸੀ, ਇਹ ਸਮੱਸਿਆ ਵੱਧ ਜਾਣੀ ਆ ਜੀ, ਤੁਸੀਂ 1 ਸਾਲ ਲਈ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰ ਦਿਓ। ਉਦੋਂ ਸਾਡੇ ਤੋਂ ਸਿਵਾ ਕਿਸੇ ਨੇ ਸੀ ਯਾਰ ਜੀ, ਅਸੀਂ ਸਾਂ, ਪਹਿਲਾ ਬੰਦਾ ਮੈਂ ਹੀ ਸਾਡਾ ਕਹਿੰਦਾ ਸੀ। ਉਦੋਂ ਕਿਸਾਨ ਸਰਕਾਰ ਨਾਲ ਗੱਲਬਾਤ ਕਰਨ ਦੇ ਰੌਂਚ ਸੀ। ਉਸ ਮੋੜ ਦੇ ਉੱਤੇ ਜੇ 1 ਸਾਲ ਵਾਸਤੇ ਕਾਨੂੰਨ ਸਸਪੈਂਡ ਕਰਕੇ ਕਿਸਾਨਾਂ ਨੂੰ ਆਖਿਆ ਜਾਂਦਾ ਆਓ ਬੈਠ ਕੇ ਵਿਚਾਰ ਕਰ ਲਈਏ, ਉਦੋਂ ਜੇ ਕਿਸਾਨ ਪੰਜਾਬ ਦੇ ਪੰਜਾਬ ਸਨ, ਹਰਿਆਣੇ ਦੇ ਹਰਿਆਣੇ ਸਨ, ਯੂਪੀ ਦੇ ਯੂਪੀ 'ਚ ਸਨ ਜੀ, ਅਜੇ ਸਾਂਝਾ ਮੋਰਚਾ ਜਿਹੜਾ 41 ਜਥੇਬੰਦੀਆਂ ਦਾ ਉਹ ਨਹੀਂ ਸੀ ਬਣਿਆ। ਉਦੋਂ ਗੱਲ ਸੰਭਾਲੀ ਜਾ ਸਕਦੀ ਸੀ, ਸਰਕਾਰ ਨੇ ਕਿਉਂ ਨਾ ਸੰਭਾਲੀ? ਜਿਹੜੀ ਗੱਲ ਮੈਂ ਕਹੀ ਸੀ ਟੀਵੀ ਪ੍ਰੋਗਰਾਮ 'ਚ, ਉਹ ਬਾਅਦ ਵਿੱਚ ਉੱਥੇ ਚਰਚਾ ਦਾ ਵਿਸ਼ਾ ਵੀ ਬਣੀ। ਕੁਝ ਲੋਕਾਂ ਨੇ ਦਿੱਲੀ ਤੱਕ ਤੋਂ ਫੋਨ ਕਰਕੇ ਪੁੱਛਿਆ ਵੀ ਇਹ ਗੱਲ ਇਸ ਤਰ੍ਹਾਂ ਹੋ ਸਕਦੀ ਹੈ ਕਿ 1 ਸਾਲ ਲਈ ਕਾਨੂੰਨ ਸਸਪੈਂਡ ਕੀਤੇ ਜਾਣ? ਸਰਕਾਰ ਦੇ ਬਣਾਏ ਕਾਨੂੰਨ ਹੈ, ਸਸਪੈਂਡ ਕੀਤੇ ਜਾ ਸਕਦੇ। ਤੇ ਮੈਂ ਉਦੋਂ ਵੀ ਕਿਹਾ ਸੀ ਜੇ ਪਿਛਲੇ ਕਾਨੂੰਨਾਂ ਨੂੰ ਤੋੜ ਕੇ ਸਰਕਾਰ ਆਰਡੀਨੈਂਸ ਜਾਰੀ ਕਰ ਸਕਦੀ ਹੈ ਤੇ ਆਰਡੀਨੈਂਸਾਂ ਦੇ ਬਾਅਦ 'ਚ ਬਿੱਲ ਬਣਾ ਕੇ ਪਾਰਲੀਮੈਂਟ ਤੋਂ ਮਨਜ਼ੂਰੀ ਲੈ ਸਕਦੀ ਹੈ, ਤਾਂ ਨਵੇਂ ਬਣਾਏ ਕਾਨੂੰਨਾਂ ਨੂੰ ਸਸਪੈਂਡ ਕਰਨ ਵਾਸਤੇ ਇੱਦਾਂ ਦਾ ਇੱਕ ਫੈਸਲਾ ਕੈਬਨਿਟ ਮੀਟਿੰਗ ਦੇ ਵਿੱਚ ਹੀ ਕਰਨਾ ਇਹ ਕੋਈ ਔਖਾ ਕੰਮ ਨਹੀਂ। ਪਰ ਉਦੋਂ ਕਿਉਂ ਨਾ ਕੀਤਾ ਗਿਆ? ਜੀ, ਕੇਂਦਰ ਸਰਕਾਰ ਦੀ ਨੀਤ ਕੀ ਸੀ? ਉਦੋਂ ਅੰਬਾਨੀ ਤੇ ਅਡਾਨੀ ਦਾ ਜ਼ਿਕਰ ਕਿਸਾਨਾਂ ਨਾਲ ਸਾਂਝੀਆਂ ਮੀਟਿੰਗਾਂ 'ਚ ਕਿਉਂ ਹੁੰਦਾ ਸੀ? ਖੇਤੀ ਮੰਤਰੀ ਨੇ ਇੱਕ ਮੀਟਿੰਗ 'ਚ ਆਖਿਆ ਗੱਲਾਂ ਤੇ ਤੁਹਾਡੀਆਂ ਠੀਕ ਨੇ, ਮੈਂ ਆਪ ਸਮਝਦਾ, ਪਰ ਜੇ ਤੁਹਾਡੀ ਗੱਲ ਮੰਨੀਏ ਤੇ ਮੁੜ ਕੇ ਕਾਰਪੋਰੇਟ ਘਰਾਣੇ ਰੁੱਸ ਜਾਣਗੇ। ਜੀ, ਦੂਸਰੀ ਮੀਟਿੰਗ ਵਿੱਚ ਹੋਰ ਅੱਗੇ ਵੱਧ ਗਿਆ, ਕਹਿੰਦਾ ਜੇ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਜੇ ਅਸੀਂ ਮੰਨ ਲਈਏ ਫਿਰ ਅੰਬਾਨੀ ਤੇ ਅਡਾਨੀ ਦੋਵੇਂ ਨਾਰਾਜ਼ ਹੋ ਜਾਣਗੇ। ਉਹਨੇ ਉਹਨਾਂ ਦੋਵਾਂ ਦਾ ਨਾਂ ਖੇਤੀ ਮੰਤਰੀ ਨੇ ਕਿਉਂ ਲਿਆ ਸੀ? ਇਸ ਕਰਕੇ ਕਿ ਉਹਨਾਂ ਦੋ ਜਣਿਆਂ ਦਾ ਸਰਕਾਰ ਦੇ ਉੱਤੇ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਜੀ, ਕਿ ਸਰਕਾਰ 2 ਬੰਦਿਆਂ ਖਾਤਰ 20-30 ਕਰੋੜ ਕਿਸਾਨਾਂ ਨੂੰ ਰੋਲਣ ਤੇ ਤੁਲੀ ਹੋਈ ਹੈ। ਇਹ ਗੱਲ ਮੀਟਿੰਗ ਵਿੱਚ ਮੰਤਰੀ ਨੇ ਕਹੀ ਜੀ, ਜਾਂ ਮੰਤਰੀ ਤੋਂ ਨਿਕਲ ਗਈ, ਦੋਵੇਂ ਗੱਲਾਂ ਹੋ ਸਕਦੀਆਂ। ਇਹ ਵੀ ਹੋ ਸਕਦਾ ਕਿ ਉਹਦੇ ਮੂੰਹੋਂ ਨਿਕਲ ਗਈ ਹੋਵੇ ਤੇ ਬਾਅਦ 'ਚ ਉਹਨੂੰ ਝਟਕਾਂ ਪਈਆਂ ਹੁਣ ਤੂੰ ਆਹ ਗੱਲ ਕਿੱਦਾਂ ਕਹਿਤੀ। ਪਰ ਇਹ ਵੀ ਹੋ ਸਕਦਾ ਕਿ ਬਹਾਨੇ ਨਾਲ ਉਹਨੇ ਇਸ਼ਾਰਾ ਕਰ ਦਿੱਤਾ ਹੋਵੇ ਕਿ ਅਸੀਂ ਤਾਂ ਉਹਨਾਂ ਦੋ ਤੋਂ ਪਾਸੇ ਨਹੀਂ ਜਾ ਸਕਦੇ। ਜਦੋਂ ਇਹ 2 ਮੀਟਿੰਗਾਂ 'ਚ ਅੰਬਾਨੀ ਤੇ ਅਡਾਨੀ ਦਾ ਤੇ ਕਾਰਪੋਰੇਟ ਘਰਾਣਿਆਂ ਦਾ ਜ਼ਿਕਰ ਆ ਚੁੱਕਾ ਸੀ, ਉਹਦੇ ਤੋਂ ਬਾਅਦ ਪਹਿਲਾਂ ਅੰਬਾਨੀ ਨੇ ਇਹ ਬਿਆਨ ਜਾਰੀ ਕੀਤਾ ਕਿ ਅਸੀਂ ਤਾਂ ਖੇਤੀ ਖੇਤਰ ਤੇ ਫਸਲਾਂ ਦੀ ਖਰੀਦੋ ਫਰੋਖਤ ਵਿੱਚ ਸਿੱਧੇ ਤੌਰ ਤੇ ਹੈ ਹੀ ਨਹੀਂ, ਅਸੀਂ ਤਾਂ ਕੰਪਨੀਆਂ ਤੋਂ ਲੈਂਦੇ ਹਾਂ, ਆਪ ਅਸੀਂ ਖੇਤੀ ਕਰਦੇ ਵੀ ਨਹੀਂ, ਕਰਾਉਂਦੇ ਵੀ ਨਹੀਂ, ਫਸਲ ਖਰੀਦਦੇ ਵੀ ਨਹੀਂ ਸਿੱਧੀ ਕਿਸਾਨਾਂ ਤੋਂ ਜੀ। 1 ਹਫ਼ਤੇ ਬਾਅਦ ਫਿਰ ਅਡਾਨੀ ਨੇ ਇਹੋ ਬਿਆਨ ਦਿੱਤਾ ਕਿ ਅਸੀਂ ਇਸ ਕੰਮ 'ਚ ਸ਼ਾਮਲ ਨਹੀਂ, ਅਸੀਂ ਤੇ ਅਗਲੀਆਂ ਕੰਪਨੀਆਂ ਨਾਲ ਸੌਦਾ ਮਾਰਦੇ ਹਾਂ। ਇਹ ਤਾਂ ਦਿਸਦਾ ਨਹੀਂ ਕਿ ਕਿਸਾਨਾਂ ਦਾ ਪ੍ਰੈਸ਼ਰ ਉਸ ਵਕਤ ਤੱਕ ਕਿੰਨਾ ਬਣ ਗਿਆ ਸੀ। ਇਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਸਰਕਾਰ ਗੱਲਾਂ 'ਚ ਟਾਈਮ ਲਗਾਉਂਦੀ ਰਹੀ, ਮੌਕੇ ਸਨ। ਹੁਣ ਜੇ ਇਹ ਕਹਿੰਦੇ ਆ ਕਿ ਅਸੀਂ ਸਸਪੈਂਡ ਕਰ ਦਿੰਦੇ ਹਾਂ, ਦੁਬਾਰਾ ਗੱਲਬਾਤ ਦੇ ਵਿੱਚ ਲੋੜ ਪਈ ਰੱਦ ਕਰ ਦਿਆਂਗੇ, ਜੇ ਲੋੜ ਪਈ ਤੇ ਸੌਦਾ ਕਰ ਲਾਂਗੇ, ਇਹ ਗੱਲਾਂ ਜਿਹੜੀਆਂ ਅੱਜ ਕਰਦੇ ਆ ਉਦੋਂ ਕਿਉਂ ਨਾ ਕੀਤੀਆਂ ਜਦੋਂ ਅਜੇ ਕਿਸਾਨ ਪੰਜਾਬ ਦੇ ਪੰਜਾਬ ਸੀ, ਯੂਪੀ ਦੇ ਯੂਪੀ ਸੀ, ਹਰਿਆਣੇ ਦੇ ਹਰਿਆਣੇ ਸੀ। ਅੱਜ ਜਦੋਂ ਹਿੰਦੁਸਤਾਨ ਭਰ 'ਚੋਂ ਅੱਡ-ਅੱਡ ਸੂਬਿਆਂ 'ਚੋਂ ਕਿਸਾਨਾਂ ਦੇ ਜਥੇ ਤੁਰਨ ਲੱਗ ਪਏ ਆ, ਉੜੀਸਾ ਤੋਂ ਆਉਂਦਿਆਂ ਨੂੰ ਰੋਕਿਆ ਗਿਆ ਜੀ, ਛੱਤੀਸਗੜ੍ਹ ਤੋਂ ਤੇ ਝਾਰਖੰਡ ਤੋਂ ਆਉਂਦਿਆਂ ਨੂੰ ਯੂਪੀ 'ਚ ਰੋਕਿਆ ਗਿਆ, ਬਿਹਾਰ ਤੋਂ ਆਉਣ ਵਾਲਿਆਂ ਨੂੰ ਉੱਥੇ ਬਿਹਾਰ ਵਿੱਚ ਰੋਕਿਆ ਗਿਆ, ਉੱਤਰਾਖੰਡ ਵਾਲਿਆਂ ਨੂੰ ਰੋਕਿਆ ਗਿਆ। ਰਿਪੋਰਟਾਂ ਆਉਂਦੀਆਂ ਪਈਆਂ ਨੇ। ਇੱਧਰ ਪੰਜਾਬ ਵਾਲਿਆਂ ਨੂੰ ਤੇ ਹਰਿਆਣੇ ਵਾਲਾ ਰੋਕਦਾ ਹੀ ਹੈ, ਜਦ ਕਿ ਹਰਿਆਣੇ ਵਾਲੇ ਉਹਦੇ ਆਪਣੇ ਨਹੀਂ ਰੋਕਦੇ, ਉਹ ਉਲਟਾ ਮੁੱਖ ਮੰਤਰੀ ਨੂੰ ਆਪਣੇ ਹਲਕੇ 'ਚ ਵੜਨ ਤੋਂ ਰੋਕ ਦਿੰਦੇ ਜੀ। ਇਹ ਸਾਰਾ ਕੁਝ ਜਦੋਂ ਹਰ ਪਾਸੇ ਤੋਂ ਤੁਰ ਪਿਆ, ਅੱਜ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਕਿਸਾਨ ਨੇਤਾ
ਦੋ ਨੇ, ਇੱਕ ਟਿਕੈਤ ਹੈ ਤੇ ਇੱਕ ਦੂਸਰੀ ਕਿਸਾਨ ਯੂਨੀਅਨ ਅਸਲੀ, ਉਹਦਾ ਨਾਂ ਹੀ ਉਹਨਾਂ ਕਿਸਾਨ ਯੂਨੀਅਨ ਅਸਲੀ ਰੱਖਿਆ, ਉਹਦੇ ਨੇਤਾ। ਉਹਨਾਂ ਦੋਵਾਂ ਨੇ ਕਹਿ ਦਿੱਤਾ ਕਿ ਆ ਮੇਰਠ, ਗਾਜ਼ੀਆਬਾਦ, ਇਹ ਜਿੰਨੇ ਜ਼ਿਲ੍ਹੇ ਦਿੱਲੀ ਦੇ ਨਾਲ ਲੱਗਦੇ ਆ, ਇਹਨਾਂ ਦੇ ਕਿਸਾਨ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਗੇ ਜੀ। ਤੇ ਬਾਕੀ ਜ਼ਿਲ੍ਹੇ ਜਿਹੜੇ ਦੂਰ ਵਾਲੇ ਆ, ਦੂਰ ਵਾਲੇ ਸਾਰੇ ਜ਼ਿਲ੍ਹਿਆਂ ਦੇ ਕਿਸਾਨ ਆਪੋ ਆਪਣੇ ਜ਼ਿਲ੍ਹਿਆਂ 'ਚ ਟਰੈਕਟਰ ਪਰੇਡ ਕਰਨਗੇ। ਇੰਨਾ ਕੁਛ ਉਹ ਜਦੋਂ ਕਹਿੰਦੇ ਪਏ ਆ ਔਰ ਹਰ ਸੂਬੇ 'ਚ ਲਹਿਰ ਪਹੁੰਚ ਗਈ ਆ, ਉਦੋਂ ਹੁਣ ਇਹ ਸਰਕਾਰ ਇਹੋ ਜਿਹਾ ਸਖਤ ਪੈਂਤੜਾ ਲੈ ਕੇ ਕਰੇਗੀ ਕੀ ਜੀ। 26 ਜਨਵਰੀ ਸਿਰ ਤੇ ਆ ਗਈ ਆ, ਸਿਰ ਤੇ ਆਈ 26 ਜਨਵਰੀ ਤੋਂ ਐਨ ਕੰਢੇ ਤੇ ਆ ਕੇ ਜੇ ਸਖਤੀ ਕਰਨ ਲੱਗੀ ਤੇ ਸਖਤੀ ਦੇ ਨਤੀਜੇ ਬੜੇ ਮਾੜੇ ਨਿਕਲਣੇ ਆ। ਨਤੀਜੇ ਜਦੋਂ ਇਹੋ ਜਿਹੇ ਨਿਕਲਣ, ਫਿਰ ਇਹ ਨਹੀਂ ਹੁੰਦਾ ਕਿ ਇਕੱਲੇ ਕਿਸਾਨਾਂ ਨੂੰ ਭੁਗਤਣੇ ਪੈਣਗੇ, ਇਹ ਵੀ ਨਹੀਂ ਹੋ ਸਕਦਾ ਕਿ ਇਕੱਲੀ ਸਰਕਾਰ ਨੂੰ ਭੁਗਤਣੇ ਪੈਣਗੇ। ਇਹੋ ਜਿਹੇ ਨਤੀਜੇ ਜਦੋਂ ਨਿਕਲਦੇ ਆ ਨਾ ਜੀ, ਫਿਰ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ, ਹਰ ਪਾਸੇ ਨੁਕਸਾਨ ਹੁੰਦਾ, ਕਿਸੇ ਦਾ ਘੱਟ ਹੁੰਦਾ, ਕਿਸੇ ਦਾ ਵੱਧ ਹੁੰਦਾ। ਡੂਬੇਗੀ ਕਿਸ਼ਤੀ ਤੇ ਡੂਬेंगे ਸਾਰੇ, ਨਾ ਤੁਮ ਹੀ ਬਚੋਗੇ ਨਾ ਸਾਥੀ ਤੁਮਾਰੇ। ਕੀ ਸਰਕਾਰ ਇਹ ਸਥਿਤੀ ਪੈਦਾ ਕਰਨੀ ਚਾਹੁੰਦੀ ਹੈ? ਅਜੇ ਵੀ ਮੌਕਾ ਸਰਕਾਰ ਨੂੰ ਰੋਕਣਾ ਚਾਹੀਦਾ। ਨਹੀਂ, ਪਰ ਇਹ ਤਾਂ ਸਥਿਤੀ ਲਗਭਗ ਬਣ ਗਈ ਨਾ ਅੱਜ ਵਾਲੀ ਮੀਟਿੰਗ। ਅਜੇ ਵੀ ਸਰਕਾਰ ਚਾਹਵੇ ਜੀ, ਜਾਂ ਕੋਈ ਵਿਚਾਲੇ ਦੇ ਬੰਦੇ ਇਹੋ ਜਿਹੇ ਹੈਗੇ ਆ ਜਿਹੜੇ ਚਾਹਣ ਅਗਲੇ 3 ਦਿਨ ਹੈਗੇ ਆ, ਗੱਲ ਮੁਕਾਉਣੀ ਹੋਵੇ ਤੇ 3 ਘੰਟਿਆਂ 'ਚ ਵੀ ਮੁੱਕ ਜਾਂਦੀ ਹੈ, ਨਾ ਮੁਕਾਉਣੀ ਹੋਵੇ ਤੇ 3 ਸਾਲਾਂ ਵਿੱਚ ਵੀ ਨਹੀਂ ਮੁੱਕਦੀ। ਅਜੇ 3 ਦਿਨ ਹੈਗੇ ਇਹਦੇ 'ਚ, 23, 24 ਤੇ 25 ਜਨਵਰੀ ਦੇ। ਜੇ ਅਜੇ ਵਿਚਾਲੇ ਸਾਂਝੇ ਬੰਦੇ ਨਾ ਪਏ, ਜੇ ਗੱਲ ਨਾ ਮੁੱਕੀ ਤੇ ਫਿਰ ਪਤਾ ਨਹੀਂ ਕਿਹਨੂੰ ਕਿੰਨਾ ਕੁ ਪਛਤਾਉਣਾ ਪਊਗਾ। ਇਹ ਤੁਹਾਡੇ ਇਸ਼ਾਰੇ ਬੜੇ ਡੂੰਘੇ ਨੇ। ਇੱਕ ਚੀਜ਼ ਮੈਨੂੰ ਥੋੜੀ ਜਿਹੀ ਮੈਂ ਇਸ਼ਾਰੇ ਇਸ ਕਰਕੇ ਕਰਦਾ ਜੀ ਜੀ ਕਿ ਮੈਂ 1984 ਤੋਂ ਪਹਿਲਾਂ ਦਾ ਮਾਹੌਲ ਵੇਖਿਆ। ਜੀ ਜੀ, ਉਦੋਂ ਮੀਟਿੰਗਾਂ ਹੁੰਦੀਆਂ ਸਨ ਸਰਕਾਰ ਦੇ ਨਾਲ, ਮੀਟਿੰਗਾਂ ਟੁੱਟ ਜਾਂਦੀਆਂ ਸਨ। 2-3 ਵਾਰੀ ਇੱਦਾਂ ਲੱਗਾ ਕਿ ਅੱਜ ਮੀਟਿੰਗ 'ਚ ਸਾਰਾ ਕੁਝ ਹੱਲ ਹੋ ਜਾਣਾ ਜੀ, ਤੇ ਸ਼ਾਮ ਨੂੰ ਅਚਾਨਕ ਖਬਰ ਆ ਗਈ ਕਿ ਮੀਟਿੰਗ ਟੁੱਟ ਗਈ ਆ ਜੀ। ਹਾਲਾਤ ਕਦੇ-ਕਦੇ ਸਾਨੂੰ ਇਹੋ ਜਿਹੇ ਪੜਾਅ 'ਤੇ ਲੈ ਜਾਂਦੇ ਆ ਜਿੱਥੇ ਜਾ ਕੇ ਕੁਝ ਬੰਦੇ ਆਪਣੇ ਆਪ ਨੂੰ ਇਤਿਹਾਸ ਦੇ ਮਹਾਨਾਇਕ, ਏਡੀਆਂ ਕੁਰਸੀਆਂ ਦੇ ਮਾਲਕ ਸਮਝ ਲੈਂਦੇ ਆ ਕਿ ਉਹ ਸਮਝਦੇ ਆ ਕਿ ਅੱਜ ਅਸੀਂ ਜੋ ਕਰਤਾ ਸਾਡੇ ਅੱਗੇ ਕੋਈ ਖੰਘ ਨਹੀਂ ਸਕਦਾ। ਉਹਨਾਂ ਨੂੰ ਇਹ ਭੁੱਲ ਜਾਂਦਾ ਕਿ ਉਰਦੂ ਦਾ ਇੱਕ ਸ਼ੇਰ ਹੈ, वो वक्त भी देखा तारीख की घड़ियों ने, लम्हों ने खता की थी सदियों ने सजा पाई। ਕਦੇ ਕਦੇ ਪਲਾਂ ਦੀ ਗਲਤੀ ਸਦੀਆਂ ਨੂੰ ਭੁਗਤਣੀ ਪੈ ਜਾਂਦੀ ਹੈ, ਕਿਤੇ ਅਸੀਂ ਉਸ ਪਾਸੇ ਨੂੰ ਤਾਂ ਨਹੀਂ ਵੱਧ ਰਹੇ। ਨਹੀਂ, ਪਰ ਜੇ ਆਪਾਂ ਉਸ ਦੌਰ ਦੀ ਵੀ ਗੱਲ ਕਰੀਏ ਤੇ ਨੁਕਸਾਨ ਤੇ ਆਮ ਲੋਕਾਂ ਦਾ ਹੀ ਹੋਇਆ ਜੀ। ਆਮ ਲੋਕਾਂ ਦਾ, ਹੁਣ ਮੇਰਾ ਸਵਾਲ ਖਾਸ ਦਾ ਵੀ ਹੋਇਆ ਜੀ, ਇਕੱਲੇ ਆਮ ਦਾ ਨਹੀਂ ਹੋਇਆ। ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੇ ਦੇਸ਼ ਦੇ ਵਿੱਚ ਆਮ ਲੋਕ ਨੁਕਸਾਨ ਭੁਗਤਣ ਵਾਲੇ ਵਸਦੇ ਸੀ ਜੀ, ਤੇ ਖਾਸ ਲੋਕ ਨੁਕਸਾਨ ਭੁਗਤਣ ਵਾਲੇ ਵਾਸਤੇ ਸੀ, ਉਸ ਦੇਸ਼ ਦਾ ਕਿੰਨਾ ਨੁਕਸਾਨ ਹੋਇਆ ਜੀ, ਦੇਸ਼ ਦੇ ਅਕਸ ਦਾ ਕਿੰਨਾ ਨੁਕਸਾਨ ਹੋਇਆ, ਦੇਸ਼ ਦੇ ਵਿੱਚ ਪਾੜਾ ਕਿੰਨਾ ਵੱਡਾ ਪੈ ਗਿਆ, ਦਾਗ ਕਿੰਨੇ ਲੱਗ ਗਏ ਜਿਹੜੇ ਅੱਜ ਤੱਕ ਥਾਂ ਥਾਂ ਗਿਣਾਏ ਜਾਂਦੇ ਆ, ਜਿਨ੍ਹਾਂ ਦਾ ਜ਼ਿਕਰ ਕੀਤਾ ਜਾਂਦਾ, ਹਵਾਲੇ ਦਿੱਤੇ ਜਾਂਦੇ ਆ। ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਜੀ। ਜੇ ਇਤਿਹਾਸ ਤੋਂ ਸਬਕ ਨਾ ਸਿੱਖਿਆ ਜਾਵੇ ਤੇ ਫਿਰ ਉਹ ਨਲਾਇਕੀ ਜਿਹੜੀ ਹੈ ਕਿਤੇ ਨਾ ਕਿਤੇ ਨੁਕਸਾਨ ਕਰਦੀ ਆ ਜੀ। ਸਰਕਾਰ ਹੈ, ਜੋ ਸੋਚਣਾ ਚਾਹਵੇ ਤੇ ਅਜੇ ਵੀ ਸੋਚ ਸਕਦੀ ਆ। ਅਜੇ ਵਕਤ ਲੰਘਿਆ ਨਹੀਂ, ਪਰ ਜੇ ਲੰਘ ਗਿਆ ਤੇ ਫਿਰ ਹੱਥਾਂ ਦੀਆਂ ਦਿੱਤੀਆਂ ਗੰਢਾਂ ਦੰਦਾਂ ਨਾਲ ਵੀ ਖੁੱਲ੍ਹਦੀਆਂ ਨਹੀਂ ਹੁੰਦੀਆਂ। ਇੱਕ ਚੀਜ਼ ਸਾਹਿਬ ਮੈਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਸੀ ਸਵਾਲ, ਮੈਨੂੰ ਇਹ ਚਲੋ ਆਪਾਂ ਕਲੀਅਰ ਕਰ ਹੀ ਲਈਏ। ਹੁਣ 26 ਜਨਵਰੀ ਵਾਲੀ ਜਿਹੜੀ ਕਾਲ ਹੈ ਉਹ ਕਿਸਾਨਾਂ ਦੀ ਗਣਤੰਤਰ ਦਿਵਸ ਦੀ ਜਿਹੜੀ ਵੈਸੇ ਪਰੇਡ ਹੁੰਦੀ ਹੈ ਉਸ ਪਰੇਡ ਤੋਂ ਬਾਅਦ ਦੀ ਹੈ। ਤੇ ਬਿਲਕੁਲ ਉਹਨਾਂ ਨੇ ਆਖਿਆ ਸੀ ਉਸ ਪਰੇਡ ਨੂੰ ਡਿਸਰਪਟ ਨਹੀਂ ਕਰਨਾ ਜੀ ਜੀ, ਉਹਦੇ ਟਾਈਮ ਦੇ ਬਰਾਬਰ ਵੀ ਨਹੀਂ ਕਰਨਾ। ਜਦੋਂ ਗਣਤੰਤਰ ਦਿਵਸ ਪਰੇਡ ਲੰਘ ਜਾਵੇਗੀ, ਸਮਾਪਤੀ ਹੋ ਜਾਏਗੀ, ਉਹਦੇ ਬਾਅਦ ਟਰੈਕਟਰ ਦੀ ਚਾਬੀ ਲਾ ਕੇ ਸਟਾਰਟ ਕਰਾਂਗੇ। ਨਹੀਂ, ਇਹੀ ਤੇ ਮੇਰਾ ਸਵਾਲ ਹੈ ਕਿ ਜਦੋਂ ਅਗਲਿਆਂ ਦਾ ਕੰਮ ਨਿਬੜ ਗਿਆ ਤੇ ਫਿਰ ਤੇ ਸਰਕਾਰ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਉਸ ਤੋਂ ਬਾਅਦ ਭਾਵੇਂ ਉਹ ਬੈਠੇ ਤੇ ਬੈਠੇ ਰਹਿਣ, ਜੇ ਉਹਨਾਂ ਨੇ ਸਖਤੀ ਵੀ ਕਰਨੀ ਤਾਂ ਤੋਂ ਬਾਅਦ ਕਰ ਦੇਣਗੇ। ਫਰਕ ਪੈਂਦਾ ਜੀ, ਉਹ ਫਰਕ ਜਿਹੜਾ ਪੈਂਦਾ ਨਾ ਸਰਕਾਰ ਦੇ ਅਕਸ ਤੇ ਪੈ ਰਿਹਾ। ਸਰਕਾਰ ਇੱਕ ਸਟੈਂਡ ਲੈ ਚੁੱਕੀ ਹੈ ਜੀ ਕਿ ਅਸੀਂ ਪਰੇਡ ਕਰਨ ਨਹੀਂ ਦੇਣੀ। ਇਹ ਉਸੇ ਤਰ੍ਹਾਂ ਦਾ ਸਟੈਂਡ ਆ ਜਿਸ ਤਰ੍ਹਾਂ ਦਾ ਖੇਤੀ ਕਾਨੂੰਨਾਂ ਬਾਰੇ ਆ ਕਿ ਬਣਾ ਲੇ ਤੇ ਬਣਾ ਲੇ। ਇਹ ਜਿਹੜਾ ਉਰਦੂ ਦਾ ਮੁਹਾਵਰਾ ਨਾ, ਜਿਵੇਂ ਜ਼ੁੰਬਦ ਕੇ ਜ਼ੁੰਬਦ ਨਾ ਜ਼ੁੰਬਦ ਗੁਲ ਮੁਹੰਮਦ, ਜ਼ਮੀਨ ਇੱਧਰੋਂ ਉੱਧਰ ਘੁੰਮਦੀ ਆ ਤੇ ਘੁੰਮਦੀ ਫਿਰੇ, ਆਪਾਂ ਤਾਂ ਜਿੱਥੇ ਖੜੇ ਆਪਾਂ ਨਹੀਂ ਹਿੱਲਣਾ ਉੱਥੋਂ। ਜੀ, ਜਰਾ ਜਿੰਨਾ ਵੀ ਜ਼ੁੰਬਦ ਨਹੀਂ ਹੋਣਾ, ਹਿੱਲਣਾ ਨਹੀਂ।
ਉਸੇ ਤਰ੍ਹਾਂ ਦਾ ਪੈਂਤੜਾ ਜਦੋਂ ਸਰਕਾਰ ਇੱਕ ਵਾਰੀ ਲੈ ਬੈਠੀ ਹੈ, ਸਰਕਾਰ ਉਸ ਪੈਂਤੜੇ ਤੋਂ ਪਿੱਛੇ ਨਹੀਂ ਹਟਣ ਲੱਗੀ ਜੀ। ਕਈ ਵਾਰੀ ਇਹੋ ਜਿਹੇ ਪੈਂਤੜੇ ਜਿਹੜੇ ਆ ਉਹ ਵੀ ਨੱਕ ਤੇ ਲੱਕ ਉਹਦਾ ਸਵਾਲ ਬਣ ਜਾਂਦੇ ਆ। ਕੀ ਬਣੇਗਾ ਜੇ ਕੁਝ ਨਹੀਂ ਕਿਹਾ ਜਾ ਸਕਦਾ। ਹੁਣ ਸਭ ਜਾਂਦੇ ਜਾਂਦੇ ਮੈਂ ਤੁਹਾਡੇ ਕੋਲੋਂ ਜ਼ਰੂਰ ਉਹ ਚਾਹੁੰਦਾ ਜੀ ਲਾਸਟ ਮੈਸੇਜ, ਕਿਉਂਕਿ ਇਸ ਮੀਟਿੰਗ ਦੀਆਂ ਇਹੋ ਜਿਹੀਆਂ ਖਬਰਾਂ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਣਗੇ, ਰੋਹ ਆਏਗਾ, ਗੁੱਸਾ ਆਏਗਾ। ਅਤੇ ਕਿਉਂਕਿ ਹੁਣ ਤੱਕ ਕਿਸਾਨ ਜਥੇਬੰਦੀ ਲੀਡਰ ਵੀ ਕਹਿ ਚੁੱਕੇ ਆ ਵੀ ਜੇ ਇੱਥੋਂ ਤੱਕ ਆਪਣੇ ਆ ਅਤੇ ਸ਼ਾਂਤੀ ਨਾਲ ਆਪਣੇ ਆ, ਅਤੇ ਇਸ ਵਕਤ ਦੇ ਮਾਹੌਲ ਨੂੰ ਵੇਖ ਕੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੀ? ਮੈਂ ਪਹਿਲੀ ਗੱਲ ਤਾਂ ਜਿਹੜੇ ਵਿਦੇਸ਼ਾਂ 'ਚ ਬੈਠੇ ਤੱਤੀਆਂ ਸੁਰਾਂ ਕੱਢਦੇ ਆ ਉਹਨਾਂ ਨੂੰ ਆਖੂੰਗਾ, ਭਾਈ ਤੁਸੀਂ ਕਿਸਾਨਾਂ ਦੇ ਲੀਡਰਾਂ ਦੀ ਸੁਣੋ ਜੀ। ਕਿਸਾਨਾਂ ਦੇ ਪ੍ਰੋਗਰਾਮ ਨੂੰ ਕਿਸਾਨਾਂ ਦਾ ਰਹਿਣ ਦਿਓ, ਇਹਨੂੰ ਹੋਰ ਕੁਝ ਨਾ ਬਣਾਓ। ਇਹ 'ਚ ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ, ਉੱਤਰਾਖੰਡ ਦੇ, ਮੱਧ ਪ੍ਰਦੇਸ਼ ਦੇ, ਛੱਤੀਸਗੜ੍ਹ ਦੇ, ਇੱਥੋਂ ਤੱਕ ਮਹਾਰਾਸ਼ਟਰ ਤੇ ਕੇਰਲਾ ਤੱਕ ਦੇ ਕਿਸਾਨ ਸ਼ਾਮਲ ਨੇ। ਇਹਨੂੰ ਨੂੰ ਸਾਂਝਾ ਰਹਿਣ ਦਿਓ। ਇਹ 'ਚ ਸਿੱਖ ਵੀ ਸ਼ਾਮਲ ਨੇ, ਹਿੰਦੂ ਵੀ ਸ਼ਾਮਲ ਨੇ, ਮੁਸਲਮਾਨ ਤੇ ਈਸਾਈ ਵੀ ਸ਼ਾਮਲ ਨੇ। ਇਹਨੂੰ ਸਾਂਝਾ ਰਹਿਣ ਦਿਓ। ਦੂਸਰੀ ਗੱਲ, ਜਿਹੜੇ ਲੋਕ ਇਸ ਮੋਰਚੇ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਦੋਂ ਤੁਹਾਡੀ ਲੀਡਰਸ਼ਿਪ ਇੰਨੇ ਠਰੱਮੇ ਨਾਲ ਗੱਲ ਕਰ ਰਹੀ ਹੈ, ਤੁਸੀਂ ਸਾਰੇ ਠਰੱਮਾ ਰੱਖਿਓ। ਇਹੋ ਜਿਹੇ ਮੌਕਿਆਂ ਦੇ ਉੱਤੇ ਸਬਰ ਦੀ ਕਦਰ ਹੁੰਦੀ ਹੈ। ਤੁਹਾਡੇ ਸਬਰ ਦੀ ਪਰਖ ਹੋਣ ਲੱਗੀ ਆ ਜੀ। ਕੋਈ ਇਹੋ ਜਿਹੀ ਗਲਤੀ ਬਹੁਤੇ ਜੋਸ਼ ਵਿੱਚ ਆ ਕੇ ਨਾ ਕਰ ਜਾਓ ਜਿਹਦਾ ਨੁਕਸਾਨ ਹੋਵੇ। ਠੀਕ ਹੈ, ਮੌਕਾ ਬੜਾ ਤਣਾ ਤਣੀ ਦਾ, ਪਰ ਆਪਣੇ ਆਪ 'ਤੇ ਜ਼ਬਤ ਰੱਖਿਓ, ਸੰਜਮ ਕਾਇਮ ਰੱਖਿਓ। ਅਤੇ ਮੈਂ ਸਰਕਾਰ ਨੂੰ ਵੀ ਆਖੂੰਗਾ ਕਿ ਅਜੇ ਸਾਰਾ ਕੁਝ ਲੰਘ ਨਹੀਂ ਗਿਆ, ਇੱਕ ਵਾਰੀ ਫਿਰ ਦੁਬਾਰਾ ਸੋਚਣਾ ਸ਼ੁਰੂ ਕਰੇ। ਗੱਲ ਜੇ ਟੁੱਟ ਗਈ ਆ ਤੇ ਦੁਬਾਰਾ ਸ਼ੁਰੂ ਵੀ ਕੀਤੀ ਜਾ ਸਕਦੀ। ਟੁੱਟ ਗਈ ਦਾ ਮਤਲਬ ਇਹੋ ਜਿਹਾ ਨਹੀਂ ਕਿ ਪੱਕੇ ਤੌਰ 'ਤੇ ਕੋਈ ਫਾਟਕ ਬੰਦ ਹੋ ਗਿਆ ਜਿਹੜਾ ਖੁੱਲ੍ਹ ਨਹੀਂ ਸਕਦਾ। ਬਿਲਕੁਲ। ਇਹ ਫਾਟਕ ਫਿਰ ਖੋਲ੍ਹਿਆ ਜਾ ਸਕਦਾ, ਫਿਰ ਉਹਨਾਂ ਨੂੰ ਆਉਣ ਲਈ ਬੋਲਿਆ ਜਾ ਸਕਦਾ, ਫਿਰ ਬਿਠਾ ਕੇ ਗੱਲਾਂ ਕੀਤੀਆਂ ਜਾ ਸਕਦੀਆਂ। ਗੱਲ ਚੱਲਦੀ ਰਹਿਣੀ ਚਾਹੀਦੀ ਆ, ਟੁੱਟ ਗਈ ਚੰਗੀ ਨਹੀਂ ਜੀ। ਮੈਨੂੰ ਸੋ ਤੁਸੀਂ ਸਮਾਂ ਕੱਢਿਆ ਜੀ, ਬਹੁਤ ਧੰਨਵਾਦ। ਇਸ ਦੇ ਨਾਲ ਹੀ ਦੱਸ ਦਿਆਂ ਕਿ ਜਿਹੜੀ ਮੀਟਿੰਗ ਹੈ, ਕਿਹਾ ਤਾਂ ਜਾ ਰਿਹਾ ਕਿ ਬੇਸਿੱਟਾ ਹੈ, ਅਗਲੀ ਕੋਈ ਤਰੀਕ ਨਹੀਂ ਦਿੱਤੀ ਗਈ, ਪਰ ਇਸ ਤਰ੍ਹਾਂ ਦਾ ਮੌਕਾ ਇਸ ਤੋਂ ਪਹਿਲਾਂ ਵੀ ਇੱਕ ਵਾਰ ਆ ਚੁੱਕਾ ਜਦੋਂ ਕਿਸਾਨਾਂ ਨੇ ਯੈਸ ਔਰ ਨੋ ਵਾਲਾ ਫੱਟਾ ਫੜਿਆ ਸੀ। ਉਸੇ ਤਰ੍ਹਾਂ ਦਾ ਇੱਕ ਫੱਟਾ ਆਪਾਂ ਹੁਣ ਵੀ ਸਮਝ ਸਕਦੇ ਹਾਂ। ਅੱਗੇ ਗੱਲ ਚੱਲੇਗੀ। ਇਸ ਆਸ ਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।